ਸਤਿ ਸ਼੍ਰੀ ਅਕਾਲ, ਮੈਂ ਹਾਂ ਨੇਹਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਕੇਜਰੀਵਾਲ ਦੀ ਪਤਨੀ ਵੀ ਭਗਵੰਤ ਮਾਨ ਲਈ ਮੰਗੇਗੀ ਵੋਟਾਂ। ਧੂਰੀ ਵਿਖੇ ਪਹੁੰਚੀ ਹੈ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਧੀ। ਸ਼ਮਸ਼ੇਰ ਦੁੱਲੇ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਤੇ ਚੁੱਕੇ ਸਵਾਲ। ਕਿਹਾ ਟਕਸਾਲੀ ਕਾਂਗਰਸੀਆਂ ਦੀ ਹੋਈ ਅਣਦੇਖੀ। लखीमपुर खीरी हिंसा के आरोपी ਨੂੰ मिली जमानत। आशीष मिश्रा ने किसानों ते चढ़ा दी सी गड्डी। रेड खली भी भाजपा च शामिल। पंजाब च भाजपा उम्मीदवारां लई करनगे चोण प्रचार। हुण खबरां विस्तार दे नाल। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਵੱਲੋਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ, ਜਿਸ ਦੇ ਲਈ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਹਨਾਂ ਦੀ ਧੀ ਹਰਸ਼ਿਤਾ ਭਲਕੇ ਪੰਜਾਬ ਆ ਰਹੇ ਨੇ। ਉਹਨਾਂ ਵੱਲੋਂ ਭਲਕੇ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਇਸ ਚੋਣ ਪ੍ਰਚਾਰ ਦੌਰਾਨ ਸੁਨੀਤਾ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਦੀ ਮਾਤਾ ਅਤੇ ਭੈਣ ਵੀ ਉਹਨਾਂ ਦੇ ਨਾਲ ਰਹਿਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮਿਲ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੁਨੀਤਾ ਕੇਜਰੀਵਾਲ ਭਲਕੇ ਧੂਰੀ ਦੀਆਂ ਮਹਿਲਾਵਾਂ ਨਾਲ ਗੱਲਬਾਤ ਕਰਨਗੇ ਅਤੇ ਇਸ ਪ੍ਰੋਗਰਾਮ ਦਾ ਨਾਂ ਲੇਖਾ ਮਾਵਾਂ ਧੀਆਂ ਦਾ ਰੱਖਿਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਖਰ ਉੱਤੇ ਪਹੁੰਚੇ ਚੋਣ ਪ੍ਰਚਾਰ ਨੂੰ ਛੱਡ ਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਪਾਰਲੀਮੈਂਟ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ, ਜਿੱਥੇ ਉਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 743 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਰੱਖੀ। ਪਰੰਤੂ ਦੂਜੇ ਪਾਸੇ ਕਾਂਗਰਸ ਦੇ 8, ਅਕਾਲੀ ਦਲ ਦੇ 2 ਅਤੇ ਭਾਜਪਾ ਦੇ 2 ਸੰਸਦ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿੱਚ ਦਿੱਤੀ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਸ਼ੁਰੂ ਕੀਤੇ 2 ਐਪ ਵੀ ਲਾਂਚ ਕੀਤੇ, ਜਿਸ ਵਿੱਚ ਡੋਰ ਟੂ ਡੋਰ ਡਿਜੀਟਲ ਕੈਂਪੇਨ ਵੀ ਸ਼ਾਮਲ ਹੈ। ਇਸ ਐਪ ਰਾਹੀਂ ਭਗਵੰਤ ਮਾਨ ਖੁਦ ਅਤੇ ਅਰਵਿੰਦ ਕੇਜਰੀਵਾਲ ਜਨਤਾ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣਗੇ। ਪੰਜਾਬ ਦੇ ਵਿੱਚ ਸਿਰਫ 10 ਦਿਨ ਰਹਿ ਗਏ। ਲੋਕਾਂ ਨੇ ਆਪਣੀ ਕਿਸਮਤ ਲਿਖਣੀ ਹੈ, ਆਪ ਲਿਖਣੀ ਆਪਣੇ ਹੱਥੀਂ। ਪਹਿਲਾਂ ਜਿਨ੍ਹਾਂ ਨੂੰ ਕਿਸਮਤਾਂ ਗਹਿਣੇ ਧਰ 5-5 ਸਾਲ ਗਹਿਣੇ ਧਰਦੇ ਰਹੇ ਲੋਕ, ਉਹਨਾਂ ਤੋਂ ਦੁਖੀ ਆ ਚੁੱਕੇ ਨੇ। ਦੋਨਾਂ ਪਾਰਟੀਆਂ ਤੋਂ ਖਹਿੜਾ ਛਡਾਉਣ ਵਾਸਤੇ ਉਹ ਤਬਦੀਲੀ ਲਈ ਵੋਟ ਕਰਨਗੇ 20 ਤਰੀਕ ਨੂੰ। ਮੈਂ ਕੱਲ ਪਾਰਲੀਮੈਂਟ ਸੀਗਾ, ਮੇਰਾ ਫਰਜ਼ ਬਣਦਾ ਹੈ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲ ਕੇ ਆਇਆ। ਔਰ ਦੁੱਖ ਦੀ ਗੱਲ ਇਹ ਸੀਗੀ ਕਿ ਜਿਸ ਵੇਲੇ ਮੈਂ ਬੋਲ ਰਿਹਾ ਸੀ ਕਿਸਾਨਾਂ ਦੇ ਮੁੱਦੇ ਤੇ, ਭਾਵੇਂ ਉਹ ਗੰਨੇ ਦੇ ਕਿਸਾਨ ਨੇ, ਭਾਵੇਂ ਨਰਮਾ ਕਪਾਹ ਜਿਹੜੀ ਗੁਲਾਬੀ ਸੁੰਡੀ ਦੇ ਕਿਸਾਨ ਨੇ ਜਿਨ੍ਹਾਂ ਦੀ ਨਰਮੇ ਮਰ ਗਏ, ਭਾਵੇਂ 743 ਜਿਹੜੀਆਂ ਸੰਘਰਸ਼ ਮੌਤਾਂ ਹੋਈਆਂ ਜਾਂ ਪਰਚੇ ਦਰਜ ਜਿਹੜੇ ਹੋਏ ਨੇ ਉਹਨਾਂ ਦੇ ਵਾਪਸ ਲੈਣ ਦੀ ਗੱਲ ਹੋਵੇ, ਜਿਸ ਵੇਲੇ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਦੇ 12 ਬਾਕੀ MP ਉੱਥੇ ਹੈ ਨਹੀਂ ਸੀ। 8 ਕਾਂਗਰਸ ਦੇ, 2 ਹਸਬੈਂਡ ਵਾਈਫ ਅਕਾਲੀ ਦਲ ਤੇ 2 BJP ਵਾਲੇ, ਉਹ ਨਹੀਂ ਸੀ ਉੱਥੇ। ਜਦ ਕਿ ਚੋਣ ਪ੍ਰਚਾਰ ਮੈਂ ਇੱਕ ਦਿਨ ਪੂਰਾ ਛੱਡ ਕੇ ਗਿਆ ਤੇ ਪਰ ਮੈਨੂੰ ਇਹ ਚੰਗਾ ਲੱਗਿਆ ਕਿ ਮੇਰਾ ਫਰਜ਼ ਉੱਥੇ ਨਿਭਾਉਣਾ। ਮੇਰੇ ਲਈ ਉਹਨਾਂ ਦੇ ਮੁੱਦੇ ਉਠਾਉਣਾ ਵੱਡੀ ਗੱਲ ਹੈ। ਤੇ ਅੱਜ ਫਿਰ ਅਸੀਂ ਖੇਮਕਰਨ, ਪੱਟੀ, ਖਡੂਰ ਸਾਹਿਬ ਤੇ ਬਾਬਾ ਬਕਾਲਾ 4 ਵਿਧਾਨ ਸਭਾ ਕਰਾਂਗੇ। ਸਾਰੇ ਸਾਡੇ ਅੰਮ੍ਰਿਤਸਰ ਦੇ ਸਾਡੇ ਕੈਂਡੀਡੇਟ ਸਾਹਿਬਾਨ ਸਾਰੇ ਬੈਠੇ ਨੇ, ਬੜਾ ਅੱਛਾ ਕਰ ਰਹੇ ਨੇ ਆਪਣੀ ਆਪਣੀ ਜਗ੍ਹਾ ਤੇ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਰੇ ਜਿਹੜੇ ਨੇ ਉਹ ਅਲੱਗ-ਅਲੱਗ ਫੀਲਡਾਂ ਤੋਂ ਨੇ। ਇੱਕ ਡਾਕਟਰ ਹੈ, ਇੱਕ ਆਫਿਸਰ ਰਹੇ ਨੇ ਤੇ ਇੱਕ ਸਮਾਜ ਸੇਵੀ ਨੇ ਜੀਵਨ ਜੋਤ ਜੀ। ਮਤਲਬ ਸਾਡੇ ਸਾਰੇ ਵਰਗਾਂ ਨੂੰ ਇਹ ਰਿਪਰੈਜ਼ੈਂਟ ਕਰ। ਇਸ ਮੌਕੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਉੱਤੇ ਸਿਆਸੀ ਹਮਲੇ ਵੀ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੋਈ ਮੁੱਦਾ ਹੀ ਨਹੀਂ। ਦੂਜੇ ਪਾਸੇ ਉਹਨਾਂ ਸਿੱਧੂ ਅਤੇ ਚੰਨੀ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਚੰਨੀ ਗਰੀਬ ਨਹੀਂ, ਪਰੰਤੂ ਜਿਹੜੇ ਲੋਕ ਅਜਿਹੇ ਲੀਡਰਾਂ ਨੂੰ ਚੁਣਦੇ ਨੇ ਉਹ ਗਰੀਬ ਨੇ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚੋਂ ਕਰੋੜਾਂ ਰੁਪਏ ਮਿਲਦੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਗਰੀਬ ਮੰਨ ਸਕਦੇ ਹੋ। ਭਾਰਤੀ ਜਨਤਾ ਪਾਰਟੀ ਉੱਤੇ ਤੰਜ ਕੱਸਦਿਆਂ ਉਹਨਾਂ ਭਾਰਤੀ ਜਨਤਾ ਪਾਰਟੀ ਨੂੰ ਜੁਮਲਾ ਪਾਰਟੀ ਦੱਸਿਆ।
ਸ਼ਮਸ਼ੇਰ ਦੁੱਲੋ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਟਕਸਾਲੀ ਕਾਂਗਰਸੀਆਂ ਨੂੰ ਅਣਦੇਖਾ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਪਾਰਟੀ ਵਿੱਚ ਕੋਈ ਅਹੁਦਾ ਦੇਣ ਤੋਂ ਪਹਿਲਾਂ ਇਹ ਨਹੀਂ ਦੇਖਿਆ ਜਾਂਦਾ ਕਿ ਸੀਨੀਅਰ ਕੌਣ ਹੈ, ਬਲਕਿ ਇਹ ਦੇਖਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਚਮਚਾ ਕੌਣ ਹੈ। ਚੰਡੀਗੜ੍ਹ ਦੇ ਸਾਬਕਾ ਰਾਜ ਸਭਾ ਮੈਂਬਰ ਦਾ ਕਹਿਣਾ ਸੀ ਕਿ ਜੋ ਕਾਂਗਰਸ ਛੱਡ ਗਏ ਹਨ ਉਹਨਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਦੁੱਲੋ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਟਿਕਟਾਂ ਦੀ ਵੰਡ ਵਿੱਚ ਧਾਂਦਲੀ ਦੇ ਆਰੋਪ ਲਗਾਏ ਹਨ। ਦੁੱਲੋ ਨੇ ਕਿਹਾ ਕਿ ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਵਿੱਚ ਵੱਡਾ ਧੋਖਾ ਕੀਤਾ ਗਿਆ ਹੈ ਅਤੇ ਜਿਹੜੇ ਵਿਅਕਤੀ ਪਾਰਟੀ ਦੇ ਮੁੱਢਲੇ ਮੈਂਬਰ ਵੀ ਨਹੀਂ ਹਨ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਾਬਕਾ ਸੂਬਾ ਕਾਂਗਰਸ ਪ੍ਰਧਾਨ HS ਹੰਸਪਾਲ, ਰਮਨ ਬਹਿਲ ਅਤੇ ਜਗਮੋਹਨ ਕੰਗ ਵਰਗੇ ਦਿੱਗਜ ਆਗੂ ਪਾਰਟੀ ਛੱਡ ਗਏ ਹਨ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਸੋਨੀਆ ਗਾਂਧੀ ਨੂੰ ਦਖਲ ਦੇ ਕੇ ਪੰਜਾਬ ਵਿੱਚ ਕਾਂਗਰਸ ਨੂੰ ਵੇਚਣ ਵਾਲਿਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਤਿੱਖੇ ਹਮਲੇ ਕੀਤੇ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਆਮ ਆਦਮੀ ਪਾਰਟੀ ਉੱਤੇ ਟਿਕਟਾਂ ਵੇਚਣ ਦਾ ਆਰੋਪ ਵੀ ਲਗਾਇਆ। ਉਹਨਾਂ ਅੱਗੇ ਕਿਹਾ ਕਿ ਵੈਸੇ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਜ਼ਿਆਦਾ ਸੀਟਾਂ ਮਿਲਣੀਆਂ ਨਹੀਂ, ਪਰੰਤੂ ਜੇਕਰ ਉਹਨਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦੀਆਂ ਸੀਟਾਂ ਮਿਲ ਵੀ ਜਾਂਦੀਆਂ ਨੇ ਤਾਂ ਉਹ ਫਿਰ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹਣਗੇ। ਅੱਜ ਕਹਿੰਦਾ ਇੱਕ ਮੌਕਾ ਸਾਨੂੰ, ਇਹਦਾ ਮਤਲਬ ਹੈ ਇੱਕ ਮੌਕਾ ਲੈ ਲਿਓ। ਹੁਣ ਡਰਾਮੇ ਕੀ ਕਰਦਾ, ਅਸਲੀ ਮੁੱਖ ਮੰਤਰੀ ਆਪ ਬਣਨਾ ਚਾਹੁੰਦਾ ਹੈ। ਹੁਣ ਹੋਊਗਾ ਕਿ ਜੇ ਇਹਨਾਂ ਦੇ ਹੋਣਾ ਤਾਂ ਹੈ ਨਹੀਂ 60 ਆ ਜਾਂਦੀਆਂ ਸੀਟਾਂ ਤੇ ਕੀ ਕਰੂਗਾ? ਕਹੂਗਾ ਜੀ ਹੁਣ ਵੀ ਕੰਧਾਂ ਤੇ ਲਿਖਿਆ, ਪਹਿਲੇ ਲਿਖਿਆ ਸੀ ਕੱਲਾ ਕੇਜਰੀਵਾਲ ਨੂੰ ਮੌਕਾ ਦਿਓ, ਹੁਣ ਲਿਖਤਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੌਕਾ ਦਿਓ। ਆਪਣਾ ਨਾਂ ਹਲੇ ਵੀ ਨਹੀਂ ਕੱਢਿਆ ਨੇ। ਕਰੂਗਾ ਕੀ ਫਿਰ? ਕਹੂਗਾ ਜੀ ਮੈਂ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹਣਾ ਅਸਲੀ ਮੁੱਖ ਮੰਤਰੀ ਸਾਡੇ ਦੋਨਾਂ ਚੋਂ ਕਿਹਨੂੰ ਬਣਾਉਣਾ ਚਾਹੁੰਦੇ ਹੋ? ਮੈਂ ਆ ਨੰਬਰ ਦਿਨ ਰਿਹਾ, ਤੁਸੀਂ ਸ਼ਾਮ ਤੱਕ ਟੈਲੀਫੋਨ ਕਰੋ। ਸੋ ਸ਼ਾਮ ਤੱਕ ਕੋਈ ਕਹੂਗਾ 50 ਲੱਖ ਬੰਦਿਆਂ ਨੇ ਟੈਲੀਫੋਨ ਕਰਤਾ ਤੇ ਕਿਹਾ ਕਿ 99% ਲੋਕੀ ਕਹਿੰਦੇ ਆ ਭਗਵੰਤ ਤਾਂ ਸ਼ਰਾਬੀ ਹੈ, ਇਹਨੂੰ ਕੀ ਲੈਣਾ, ਕੇਜਰੀਵਾਲ ਹੀ ਤੁਹਾਨੂੰ ਅਸੀਂ ਚਾਹੁੰਦੇ ਆ। ਜੇ ਆਪਣੇ ਪੰਜਾਬੀਆਂ ਨੂੰ ਸ਼ੌਂਕ ਹੈ ਕੋਈ ਬਾਹਰਲਾ ਲਿਆਉਣਾ ਹੈ, ਫਿਰ ਕੇਜਰੀਵਾਲ ਦੀ ਜਗ੍ਹਾ ਕੋਈ ਅਮਰੀਕਾ ਕੈਨੇਡਾ ਤੋਂ ਤਗੜਾ ਗੋਰਾ ਲੈ ਕੇ ਆਈਏ। ਇਸ ਦੇ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਲਈ ਦੁਬਾਰਾ ਪੰਜਾਬ ਦੇ ਲੋਕਾਂ ਕੋਲੋਂ ਰਾਏ ਮੰਗਣਗੇ ਅਤੇ ਕਹਿਣਗੇ ਕਿ 50 ਲੱਖ ਲੋਕ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਭਗਵੰਤ ਮਾਨ ਨੂੰ ਸ਼ਰਾਬ ਪੀਣ ਦੀ ਆਦਤ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਤਾਂ ਸਿਰਫ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੀ ਬਣਾਇਆ ਗਿਆ ਹੈ। ਇਸ ਮੌਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਉੱਤੇ ਤੰਜ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਧਾਰਾਂ ਕਢਵਾਉਣੀਆਂ ਹਨ ਤਾਂ ਚੰਨੀ ਨੂੰ ਮੁੱਖ ਮੰਤਰੀ ਚੁਣ ਲਓ, ਪਰੰਤੂ ਜੇਕਰ ਪੰਜਾਬ ਦਾ ਵਿਕਾਸ ਕਰਵਾਉਣਾ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਕਰ ਸਕਦੀ ਹੈ। ਪੰਜਾਬ ਵਿੱਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਉਮੀਦਵਾਰਾਂ ਦੀਆਂ ਧੀਆਂ ਵੀ ਆਪਣੇ ਮਾਪਿਆਂ ਲਈ ਵੋਟਾਂ ਮੰਗ ਰਹੀਆਂ ਹਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਅੱਜ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਰਾਬੀਆ ਸਿੱਧੂ ਨੇ ਸਿੱਧੇ ਤੌਰ ਤੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ। ਰਾਬੀਆ ਨੇ ਕਿਹਾ ਕਿ ਅੱਜ ਸਿਆਸੀ ਲੜਾਈ ਝੂਠ ਅਤੇ ਸੱਚ ਦੇ ਦਰਮਿਆਨ ਹੈ। ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਜਾਂ ਨਹੀਂ। ਸਿੱਧੂ ਦੀ ਧੀ ਨੇ ਕਿਹਾ ਕਿ ਜਿਹੜਾ ਸੱਚਾਈ ਦੇ ਰਸਤੇ ਤੇ ਚੱਲਦਾ ਹੈ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਤੇ ਇਸ ਵਾਰ ਲੋਕ ਪੈਸੇ ਲੈ ਕੇ ਵੋਟਾਂ ਨਹੀਂ ਪਾਉਣਗੇ। ਮੇਰੇ ਪਾਪਾ ਕਿੱਥੇ ਹੈ ਤੇ ਦੂਜਾ ਬੰਦਾ ਕਿੱਥੇ ਹੈ? ਡਰੱਗਸ ਚ ਪਹੁੰਚਾਣਾ ਹੈ ਲੋਕਾਂ ਨੇ ਆਪਣੇ ਬੇਟੇ ਤੇ ਬੇਟੀਆਂ ਨੂੰ, ਜਾਂ ਬਚਾਣਾ ਹੈ, ਐਜੂਕੇਸ਼ਨ ਦੇਣੀ ਹੈ, ਜੌਬਸ ਦੇਣੀ ਹੈ। ਇਹ ਪੰਜਾਬ ਦੇ ਲੋਕਾਂ ਨੂੰ ਮੈਂ ਹੀ ਪੁੱਛਣਾ ਚਾਹੂੰਗੀ, ਕੰਪੈਰੀਜ਼ਨ ਕੀ ਹੈ? ਜਿੰਨਾ ਵੱਲੋਂ ਤੁਸੀਂ ਕਹਿ ਰਹੇ ਜੀ ਜਾਨੀ ਤੇ ਤਾਂ ਲੈ ਕੇ ਜਾਣਗੇ ਹੀ ਜਾਣਗੇ ਮੇਰੇ ਪਾਪਾ ਨੂੰ। ਜੋ ਸੱਚਾਈ ਦੇ ਰਸਤੇ 'ਚ ਖੜਦਾ ਹੈ ਉਹਦੇ ਅੱਗੇ ਪ੍ਰੋਬਲਮਸ ਆਂਦੀਆਂ ਹੀ ਆਂਦੀਆਂ, ਤੇ ਜਿਹੜਾ ਬੰਦਾ ਬੇਈਮਾਨ ਹੁੰਦਾ ਹੈ ਉਹਦੇ ਕੋਲ ਕੋਈ ਪ੍ਰੋਬਲਮਾਂ ਨਹੀਂ ਆਂਦੀਆਂ। ਪੈਸੇ ਨਾਲ ਵਿਕਦੇ ਆ ਲੋਕ। ਧਿਆਨ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਮੋ ਸਾਹਮਣੇ ਹਨ ਅਤੇ ਚੋਣ ਮੁਕਾਬਲਾ ਵੀ ਸਖਤ ਹੋ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਵੀ ਜਲਾਲਾਬਾਦ ਹਲਕੇ ਵਿੱਚ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ।
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਇਹ ਜ਼ਮਾਨਤ ਦਿੱਤੀ ਹੈ। ਆਸ਼ੀਸ਼ ਮਿਸ਼ਰਾ ਉੱਤੇ ਕਿਸਾਨਾਂ ਨੂੰ ਜੀਪ ਹੇਠਾਂ ਕੁਚਲਣ ਦਾ ਆਰੋਪ ਹੈ ਅਤੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਦੇ ਪਿੰਡ ਤਕੁਨੀਆਂ ਵਿੱਚ ਲੰਘੀ 3 ਅਕਤੂਬਰ ਨੂੰ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਸੇ ਦੌਰਾਨ 3 ਗੱਡੀਆਂ ਕਿਸਾਨਾਂ ਉੱਤੇ ਜਾ ਚੜ੍ਹੀਆਂ ਸਨ, ਜਿਨ੍ਹਾਂ ਵਿੱਚ ਇੱਕ ਥਾਰ ਜੀਪ, ਇੱਕ ਫਾਰਚੂਨਰ ਅਤੇ ਇੱਕ ਸਕਾਰਪੀਓ ਗੱਡੀ ਸ਼ਾਮਲ ਸੀ। ਇਹਨਾਂ ਵਿੱਚੋਂ ਇੱਕ ਗੱਡੀ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਆਸ਼ੀਸ਼ ਮਿਸ਼ਰਾ ਵੀ ਬੈਠਾ ਹੋਇਆ ਸੀ। ਇਸ ਦੌਰਾਨ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਜਾਨ ਚਲੀ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਦੌਰਾਨ 4 ਹੋਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਤਿਆਰ ਹੈ ਕਿ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਨੂੰ SIT ਨੇ ਸੋਚੀ ਸਮਝੀ ਸਾਜ਼ਿਸ਼ ਦੱਸਿਆ ਸੀ ਅਤੇ ਇਸ ਮਾਮਲੇ ਵਿੱਚ 13 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਗ੍ਰੇਟ ਖਲੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਦਿੱਲੀ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗ੍ਰੇਟ ਖਲੀ ਨੇ ਕਿਹਾ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਅੱਗੇ ਕਿਹਾ ਕਿ WWE ਨੇ ਮੈਨੂੰ ਨਾਮ ਅਤੇ ਪੈਸਾ ਬਹੁਤ ਦਿੱਤਾ, परंतु देश प्रति प्रेम मैनू भारतीय जनता पार्टी विच खिंच लिया। अच्छा लगा है, आज मैं भारतीय जनता पार्टी ज्वाइन करा है और जैसे हमारे मंत्री जी ने बोला है कि भाई आपने रेसलिंग करी है और मैंने बिल्कुल पूरे वर्ल्ड वाइज पे रेसलिंग करी है, ऐसी शायद ही कोई कंट्री होगी जहाँ पर मैंने रेसलिंग ना करी होगी और कहीं किया नहीं होगा। सो मैं छोटी बात करता हूँ, मैं लंबी चौड़ी बात नहीं अभी करूँगा क्योंकि आज मेरा फर्स्ट डे है। सो आई वांट कि भी जो अगर मैं कोई नाम, कोई ऐसा कोई धन दौलत पैसा, तो मैं WWE पे और अमेरिका पे रहता, मैं वहीं पर था मैं और वहीं रहता मैं। यहाँ पर मेरे ना भारत के प्रति मतलब एक प्यार और एक जो हमारे माननीय प्रधानमंत्री जी जो उन्होंने काम किया है देश के लिए, सो उसको देख के कि भी मतलब सही प्रधानमंत्री हमारे देश को मिला है और क्यों नहीं मैं भी वापस जाऊँ और अपने हिंदुस्तान में और उनके साथ मतलब उनका एक हिस्सा बनूँ कहीं ना कहीं, ताकि मतलब हमारा देश और तरक्की कर सके। मतलब सो उनके मैं जो ज्वाइन करी है भारतीय जनता पार्टी, उनके जो विचारधारा देश के प्रति 20-20 घंटा काम करना और जो इनकी एक भारतीय जनता पार्टी की जो एक नीति है कि बहुत ही एक राष्ट्र नीति है कि भी राष्ट्र को कैसे, भारत को कैसे आगे बढ़ाना। ਗ੍ਰੇਟ ਖਲੀ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਹੀ ਦੇਸ਼ ਨੂੰ ਅੱਗੇ ਲੈ ਜਾ ਸਕਦੀਆਂ ਨੇ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਜਿੱਥੇ ਵੀ ਮੇਰੀ ਡਿਊਟੀ ਲਗਾਈ ਜਾਵੇਗੀ ਮੈਂ ਉੱਥੇ ਹੀ ਜਾ ਕੇ ਪਾਰਟੀ ਲਈ ਕੰਮ ਕਰਾਂਗਾ। ਭਾਰਤੀ ਜਨਤਾ ਪਾਰਟੀ ਗ੍ਰੇਟ ਖਲੀ ਤੋਂ ਪੰਜਾਬ ਵਿੱਚ ਚੋਣ ਪ੍ਰਚਾਰ ਕਰਵਾ ਸਕਦੀ ਹੈ ਕਿਉਂਕਿ ਗ੍ਰੇਟ ਖਲੀ ਪੰਜਾਬ ਦੀ ਨੌਜਵਾਨੀ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਵੱਡਾ ਚਿਹਰਾ ਹੈ। ਗ੍ਰੇਟ ਖਲੀ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ, ਪਰੰਤੂ ਉਹ ਜਲੰਧਰ ਵਿੱਚ ਕੰਟੀਨੈਂਟਲ ਰੈਸਲਿੰਗ ਅਕੈਡਮੀ ਵੀ ਚਲਾਉਂਦੇ ਨੇ, ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਦਾਅ ਪੇਚ ਸਿਖਾਉਂਦੇ ਨੇ। ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਆਮ ਵਿਅਕਤੀ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਮਾਰਚ ਮਹੀਨੇ ਤੱਕ ਮਹਿੰਗਾਈ ਸਿਖਰ ਉੱਤੇ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡਾ ਕਰਜ਼ ਵੀ ਫਿਲਹਾਲ ਸਸਤਾ ਨਹੀਂ ਹੋਏਗਾ। ਅਜਿਹਾ ਇਸ ਲਈ ਹੈ ਕਿਉਂਕਿ RBI ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਮੌਜੂਦਾ EMI ਵਿੱਚ ਕੋਈ ਬਦਲਾਅ ਨਹੀਂ ਹੋਏਗਾ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਉੱਤੇ ਹੋਈ ਬੈਠਕ ਵਿੱਚ ਲਏ ਗਏ ਫੈਸਲੇ ਬਾਰੇ ਦੱਸਿਆ ਹੈ। ਕੇਂਦਰੀ ਬੈਂਕ ਨੇ ਮੁੱਖ ਨੀਤੀਗਤ ਦਰ ਰੇਪੋ ਨੂੰ 4% ਉੱਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ 10ਵੀਂ ਵਾਰ ਹੈ ਜਦੋਂ ਨੀਤੀਗਤ ਦਰ ਨੂੰ ਘੱਟ ਰੱਖਣ ਦਾ ਫੈਸਲਾ ਕੀਤਾ ਗਿਆ। ਜਾਨੀ ਕਰਜ਼ਾ EMI ਉੱਤੇ ਰਾਹਤ ਲਈ ਗਾਹਕਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਏਗਾ। ਜ਼ਿਕਰਯੋਗ ਹੈ ਕਿ ਰੇਪੋ ਦਰ ਵਿੱਚ ਕਟੌਤੀ ਤੋਂ ਬਾਅਦ
ਬੈਂਕਾਂ ਉੱਤੇ ਵਿਆਜ ਦਰ ਘਟਾਉਣ ਦਾ ਦਬਾਅ ਵੱਧ ਜਾਂਦਾ ਹੈ। ਜੇਕਰ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰਦੇ ਹਨ ਤਾਂ EMI ਹੇਠਾਂ ਆ ਜਾਂਦੀ ਹੈ। Strong supply side interventions by the government and increase in domestic production. The hardening of crude oil prices, however, presents a major upside risk to the inflation outlook. Core inflation remains elevated at tolerance testing levels. Although the continuing pass-through of tax cuts relating to petrol and diesel last November would help to moderate input cost pressures to some extent. The transmission of input cost pressures to selling prices remains muted in view of the continuing slack in demand. Further, as risks from Omicron wane and supply chain pressures moderate, there could be some softening of core inflation. On balance, the inflation projection for 2021-22 is retained at 5.3%, with Q4, that is the current quarter, at 5.7% on account of unfavorable base effects that ease subsequently. In particular, CPI reading for January 22 is expected to move closer to the upper tolerance band, largely due to adverse base effects. Taking all these factors into consideration and on the assumption of a normal monsoon, CPI inflation for 2022-23 is projected at 4.5%. I repeat, CPI inflation for 2022-23 is projected at 4.5%, with Q1 22-23 at 4.9%, Q2 at 5%, Q3 at 4%, and Q4 at 4.22%, with risks broadly balanced. ਇੱਕ ਵਾਰ ਮੁੜ ਤੋਂ ਰੁਕ ਕਰਦੇ ਹਾਂ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਤੇ। ਕੇਜਰੀਵਾਲ ਦੀ ਪਤਨੀ ਵੀ ਭਗਵੰਤ ਮਾਨ ਲਈ ਮੰਗੇਗੀ ਵੋਟਾਂ। ਧੂਰੀ ਵਿਖੇ ਪਹੁੰਚੀ ਹੈ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਧੀ। ਸ਼ਮਸ਼ੇਰ ਦੁੱਲੇ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਤੇ ਚੁੱਕੇ ਸਵਾਲ। ਕਿਹਾ ਟਕਸਾਲੀ ਕਾਂਗਰਸੀਆਂ ਦੀ ਹੋਈ ਅਣਦੇਖੀ। ਲਖੀਮਪੁਰ ਖੀਰੀ ਹਿੰਸਾ ਦੇ ਆਰੋਪੀ ਨੂੰ ਮਿਲੀ ਜ਼ਮਾਨਤ। ਆਸ਼ੀਸ਼ ਮਿਸ਼ਰਾ ਨੇ ਕਿਸਾਨਾਂ ਤੇ ਚੜਾ ਦਿੱਤੀ ਸੀ ਗੱਡੀ। ਰੇਡ ਖਲੀ ਵੀ ਭਾਜਪਾ 'ਚ ਸ਼ਾਮਿਲ। ਪੰਜਾਬ 'ਚ ਭਾਜਪਾ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਹੋਰ ਖਬਰਾਂ ਲਈ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਂ ਦਿਓ ਇਜਾਜ਼ਤ। ਧੰਨਵਾਦ।